हेलो फ्रेंड्स, वेलकम टू आवर यूट्यूब चैनल जी क्लासेस। ਤਾਂ ਪਿਛਲੇ ਲੈਕਚਰ ਵਿੱਚ ਆਪਾਂ ਨੈਚੁਰਲ ਨੰਬਰ ਪੜ੍ਹੇ ਸੀ, ਇੰਟੀਜਰਸ ਪੜ੍ਹੇ ਸੀ, ਹੋਲ ਨੰਬਰ ਪੜ੍ਹੇ ਸੀ ਤੇ ਪਰਮੇਯ ਸੰਖਿਆਵਾਂ ਪੜ੍ਹੀਆਂ ਸੀ। ਤਾਂ ਅੱਜ ਆਪਾਂ ਪੜ੍ਹਾਂਗੇ ਕਿ ਅਪਰਮੇਯ ਸੰਖਿਆਵਾਂ ਕੀ ਹੁੰਦੀਆਂ ਨੇ। ਠੀਕ ਹੈ। ਹਾਂਜੀ ਫਰੈਂਡਸ, ਆਪਾਂ ਵੈਸੇ ਤਾਂ ਤੁਸੀਂ ਸ਼ਾਂਤ ਆਵਰਤੀ ਪੜ੍ਹਿਆ ਹੀ ਹੈ, ਬਟ ਫਿਰ ਇੱਕ ਵਾਰੀ ਆਪਾਂ ਉਹਨਾਂ ਨੂੰ ਰਿਵਾਈਜ਼ ਕਰ ਲੈਂਦੇ ਹਾਂ ਕਿ ਸ਼ਾਂਤ ਦਸ਼ਮਲਵ ਅਤੇ ਅਸ਼ਾਂਤ ਆਵਰਤੀ ਦਸ਼ਮਲਵ ਹੁੰਦਾ ਕੀ ਹੈ। ਤਾਂ ਆਪਾਂ ਇਹਨਾਂ ਦਾ ਦਸ਼ਮਲਵ ਵਿਸਤਾਰ ਕਰਕੇ ਦੇਖਦੇ ਹਾਂ। ਤਾਂ ਹੁਣ ਜਿਵੇਂ ਆਪਾਂ 10 ਨੂੰ ਵਿੱਚ ਰੱਖ ਕੇ 3 ਨਾਲ ਭਾਗ ਕਰਾਂਗੇ ਤਾਂ 3 ਨੂੰ ਦੇ ਪਹਾੜੇ 'ਚ 9 ਆਏਗਾ, ਤਾਂ 3 'ਤੇ ਜਾਏਗਾ 1 ਆ ਗਿਆ। ਠੀਕ ਹੈ। ਉਸ ਤੋਂ ਬਾਅਦ ਆਪਾਂ ਕੀ ਕਰਦੇ ਹੁੰਦੇ ਹਾਂ, ਆਪਾਂ 0 ਲੈਂਦੇ ਹਾਂ ਆਪਦੇ ਵੱਲੋਂ। ਤਾਂ ਫਿਰ ਆਪਾਂ ਕੀ ਕਰਦੇ ਸੀ, ਪੁਆਇੰਟ ਲਗਾਉਂਦੇ ਸੀ। ਠੀਕ ਹੈ। ਫਿਰ ਇਹਨੂੰ 3 × 3 9 ਹੋ ਜਾਏਗਾ। ਠੀਕ ਹੈ। ਤਾਂ ਫਿਰ 1 ਬਚ ਜਾਏਗਾ। ਠੀਕ ਹੈ। ਉਸ ਤੋਂ ਬਾਅਦ ਫਿਰ ਆਪਾਂ ਆਪਦੇ ਵੱਲੋਂ 0 ਲਗਾਉਂਦੇ ਹਾਂ, ਫਿਰ 9 ਹੋ ਜਾਏਗਾ। ਠੀਕ ਹੈ। ਫਿਰ 1 ਬਚ ਜਾਂਦਾ ਹੈ। ਫਿਰ ਅਗਰ ਆਪਾਂ 0 ਲਗਾਉਂਦੇ ਹਾਂ ਤਾਂ ਫਿਰ 3 × 3 9 ਕਰਕੇ 1 ਆ ਜਾਂਦਾ ਹੈ। ਠੀਕ ਹੈ। ਤਾਂ ਇਹਨੂੰ ਜਿੰਨੀ ਵਾਰ ਆਪਾਂ ਮਰਜ਼ੀ ਕਰੀ ਜਾਵਾਂਗੇ ਇਹ ਕਦੇ ਖ਼ਤਮ ਨਹੀਂ ਹੋਏਗਾ। ਠੀਕ ਹੈ। ਤਾਂ ਇਹ ਜਿੰਨਾ ਮਰਜ਼ੀ ਆਪਾਂ ਅੱਗੇ ਤੱਕ ਕਰੀ ਜਾਵਾਂਗੇ ਇਹ ਕਦੇ ਵੀ ਖ਼ਤਮ ਨਹੀਂ ਹੋਏਗਾ। ਠੀਕ ਹੈ। ਤਾਂ ਜਿਹੜੇ ਕਦੇ ਵੀ ਖ਼ਤਮ ਨਹੀਂ ਹੁੰਦੇ ਤਾਂ ਇਹਨਾਂ ਦੇ ਵਿੱਚ ਸਿਫਰ ਕਦੇ ਵੀ ਨਹੀਂ ਬਚਦੀ। ਠੀਕ ਹੈ। ਨਾ ਤਾਂ ਕਦੇ ਸਿਫਰ ਬਚਦੀ ਹੈ ਅਤੇ ਨਾ ਹੀ ਕਦੇ ਖ਼ਤਮ ਹੁੰਦੇ ਨੇ। ਠੀਕ ਹੈ। ਤਾਂ ਆਪਾਂ ਇਹਨਾਂ ਨੂੰ ਕਹਿੰਦੇ ਹਾਂ ਅਸ਼ਾਂਤ ਆਵਰਤੀ। ਠੀਕ ਹੈ। ਤਾਂ ਇਹਨਾਂ ਦਾ ਦਸ਼ਮਲਵ ਵਿਸਤਾਰ ਕੀ ਹੁੰਦਾ ਹੈ, ਅਸ਼ਾਂਤ ਆਵਰਤੀ। ਠੀਕ ਹੈ। ਅਸ਼ਾਂਤ ਆਵਰਤੀ। ਠੀਕ ਹੈ। ਤਾਂ ਉਸ ਤੋਂ ਬਾਅਦ ਆਪਾਂ ਸੈਕਿੰਡ ਇਗਜ਼ਾਮਪਲ ਲੈਂਦੇ ਹਾਂ 7/8। ਠੀਕ ਹੈ। ਤਾਂ ਆਪਾਂ 7 ਨੂੰ ਵਿੱਚ ਰੱਖ ਕੇ 8 ਨਾਲ ਜਦੋਂ ਭਾਗ ਕਰਦੇ ਹਾਂ ਤਾਂ ਆਪਾਂ ਕਰਾਂਗੇ 8 ਨੂੰ 7 ਨਾਲ ਕਰਾਂਗੇ ਤਾਂ ਸਭ ਨੂੰ ਪਤਾ ਹੈ ਵੀ ਨਹੀਂ ਹੋਏਗਾ। ਠੀਕ ਹੈ। ਤਾਂ ਉਸ ਤੋਂ ਬਾਅਦ ਆਪਾਂ ਕੀ ਕਰਦੇ ਹਾਂ, ਆਪਾਂ ਇੱਥੇ ਪੁਆਇੰਟ ਲਗਾਉਂਦੇ ਹਾਂ ਅਤੇ ਇੱਥੇ 0 ਲਗਾ ਦਿੰਦੇ ਹਾਂ। ਠੀਕ ਹੈ। ਹੁਣ ਇਹ ਕਿੰਨਾ ਬਣ ਗਿਆ, ਜੇ ਪੁਆਇੰਟ ਉੱਤੇ ਆਪਾਂ ਪੁਆਇੰਟ ਨੂੰ ਬਾਰੇ ਨਾ ਸੋਚੀਏ ਤਾਂ ਐਵੇਂ ਲੱਗ ਰਿਹਾ ਨਾ ਜਿਵੇਂ 70 ਹੁੰਦਾ ਹੈ। ਤਾਂ ਆਪਾਂ ਕੀ ਕਰਦੇ ਹਾਂ, 8 ਦੇ ਪਹਾੜੇ 70 ਤੋਂ ਛੋਟਾ ਦੇਖਾਂਗੇ ਕੀ ਹੁੰਦਾ ਹੈ। ਠੀਕ ਆ। ਤਾਂ ਆਪਣੇ ਕੋਲ ਆ ਜਾਏਗਾ 8 × 8 64। ਠੀਕ ਹੈ। ਤਾਂ ਇੱਥੇ 8 ਆ ਜਾਏਗਾ। ਸਭ ਤੋਂ ਪਹਿਲਾਂ ਆਪਾਂ ਇੱਥੇ ਪੁਆਇੰਟ ਲਗਾਇਆ ਸੀ ਤਾਂ ਆਪਾਂ 0 ਲਗਾਵਾਂਗੇ ਤਾਂ ਫਿਰ ਪੁਆਇੰਟ ਲਗਾ ਦਾਂਗੇ। ਠੀਕ ਹੈ। 8 × 8 64 ਆ ਗਿਆ। ਤਾਂ ਇਹਦੇ ਤੋਂ ਇੱਕ ਕੈਰੀ ਕੀਤਾ ਤਾਂ ਕਿੰਨਾ ਹੋ ਗਿਆ 10 10 'ਚੋਂ 4 ਗਏ 6। ਠੀਕ ਹੈ। ਇੱਥੇ 6 ਬਚ ਗਿਆ ਸੀ ਤਾਂ 6 ਆਊਟ ਆਫ 6 0। ਠੀਕ ਹੈ। ਉਸ ਤੋਂ ਬਾਅਦ ਆਪਾਂ ਫਿਰ ਇੱਕ ਸਿਫਰ ਲਗਾਉਂਦੇ ਹਾਂ। ਠੀਕ ਆ। ਤਾਂ ਹੁਣ ਆਪਾਂ 8 ਦੇ ਟੇਬਲ 'ਚ ਦੇਖਦੇ ਹਾਂ ਵੀ 60 ਤੋਂ ਛੋਟਾ ਕਿਹੜਾ ਹੈ। ਠੀਕ ਆ। ਤਾਂ 8 × 6 ਕਿੰਨਾ ਹੋ ਗਿਆ 56। ਠੀਕ ਹੈ। ਤਾਂ ਉਸ ਤੋਂ ਬਾਅਦ ਆਪਾਂ 10 ਦੇ ਵਿੱਚੋਂ 6 ਗਏ ਤਾਂ 4। ਠੀਕ ਹੈ। ਅਤੇ ਇੱਥੇ 5 ਰਹਿ ਗਿਆ, 5 'ਚੋਂ 5 ਗਏ 0। ਤਾਂ ਇੱਥੇ ਕਿੰਨਾ ਆ ਗਿਆ, ਇੱਥੇ ਆ ਗਿਆ 7। ਠੀਕ ਹੈ। ਉਸ ਤੋਂ ਬਾਅਦ ਆਪਾਂ ਫਿਰ ਇੱਕ 0 ਲਗਾਉਂਦੇ ਹਾਂ ਤਾਂ ਇੱਥੇ ਪਹਿਲਾਂ 8 × 8 ਕੀਤਾ ਸੀ ਤਾਂ 8 ਆ ਜਾਏਗਾ। ਇੱਥੇ ਆਪਣਾ ਆ ਗਿਆ 8 × 7। ਠੀਕ ਹੈ। ਤਾਂ 56। ਠੀਕ ਹੈ। ਉਸ ਤੋਂ ਬਾਅਦ ਆਪਾਂ 40 ਤੋਂ ਸਮੋਲ ਦੇਖਣਾ ਹੈ ਕਿਹੜਾ ਆਉਂਦਾ ਹੈ। ਤਾਂ 8 ਨੂੰ ਆਪਾਂ 5 ਨਾਲ ਕਰਦੇ ਹਾਂ ਤਾਂ ਆਪਣੇ ਕੋਲ ਆ ਜਾਂਦਾ ਹੈ 40। ਠੀਕ ਹੈ। ਤਾਂ ਇਹਦੇ 'ਚ ਕੀ ਹੋਇਆ, ਇਹਦੇ 'ਚ 0 ਬਚ ਜਾਂਦੀ ਹੈ ਆਪਣੇ ਕੋਲ। ਠੀਕ ਹੈ। ਤਾਂ ਇਹ ਆਪਣਾ ਇਹਦਾ ਦਸ਼ਮਲਵ ਵਿਸਤਾਰ ਕੀ ਹੋਏਗਾ, ਸ਼ਾਂਤ।
ठीक है, शांत दशमलव। ओके, तो ये की होया ना तो वर्ड रिपीट होए ने ते ना ही ये अगे अगे चलते हैं। ठीक है, तो इन्हों के की होया जीरो बच जाती है तो वर्ड रिपीट नहीं होंगे, तो इनू की कहते हैं शांत दशमलव। ठीक है, मतलब टर्मीनेटिंग। ठीक है, तो ये की होंदा है, ये वारी वारी रिपीट हो ही जाते हैं। ठीक है, तो ये किहड़े हो गए नॉन टर्मीनेटिंग अशांत आवर्ती। ठीक है, ओके, तो उस तो बाद आपां नैक्सट करते हाँ यदी ये तो होगी फस्ट प्रॉपर्टी। ठीक है, ना कदे खत्म हुंदे ते ना ही कदे सिफर बचदा। ठीक है, तो स्टूडेंट तुसी सामने स्केयर रूट तो कीते होने है ना 8th क्लास के विच, तो उही इहदी सैकेंड प्रॉपर्टी होएगी। ठीक है, तो जे हुण मैं पूछा भी 4 का स्केयर रूट की होएगा तो तुसी कहोगे 2 होएगा। 9 का पूछा तो तुसी कहोगे 3। ठीक है, तो 16 का पूछा तो 4। ठीक है, तो उस तो बाद जे मैं 5 का पूछा तो तुसी कहोगे 5 का तो कोई स्केयर रूट नहीं होंदा, ना असी पढ़िया हैगा है ना। तो यदि सैकेंड प्रॉपर्टी अपने कोल यही आउंदी आ कि ये तो परफेक्ट हैगे ने, बट जिवें हुण 5 है ये परफेक्ट स्केयर रूट नहीं गा है ना, तो आपां लिखांगे जेड़े नंबर पूर्ण रूप विच वर्गमूल नहीं हुंदे। जेड़े नंबर पूर्ण रूप विच किसे दे वर्गमूल नहीं हुंदे ओह अपरमेय कहलाउंदे हन। ठीक है, तो उस तो बाद थर्ड प्रॉपर्टी आउंदी है कि जेड़े परफेक्ट अपने कोल क्यूब नहीं होंगे। ठीक है, क्यूब भी तुसी पढ़िया होना है। हुण अगर मैं कहां 8 का क्यूब रूट तो 2 नूं जदों आपां करदे सी 2 इंटू 2 इंटू 2 2 इंटू 2 4 4 इंटू 2 8। ठीक है, तो 8 किहदा क्यूब रूट है, क्यूब है 2 का। ठीक है, तो उस तो बाद ये तो परफेक्ट हैगा है, बट आपां इहदे चों एग्जाम्पल लैने कि 5 किसी का क्यूब हैगा है, तो तुसी कहोगे नहीं हैगा। तो जेड़े परफेक्ट क्यूब नहीं हुंदे गे वो भी अपने कोल किहड़ियां संख्यावां हुंदियां ने अपरमेय। ठीक है, नॉट परफेक्ट क्यूब इज called irrational number। ठीक है, तो ਇਹਦੇ 'ਚ ना एक ਹੁਣ स्पैसीफिक पॉइंट रह गया सी। तुसी सब ने देखा होना भी जिवें ਹੁਣ 3.33 लिखा होया है, तो 3.3 तो बाद एक डंडी पाई होंदी है। ठीक है, तो इनू बोलते ने बार। ठीक है, इनू की बोलते ने बार। तो यदा मतलब होंदा है भी ये जिहड़ा 3 है वार वार रिपीट हो रहा है कि बार बार आ रहा है अपने कोल। ठीक है, तो उस तो बाद अपने कोल डेफिनेशन बन गई इरैशनल नंबर दी कि यह ना तो कदे ख़त्म होंदियां ने, मतलब नॉट रिपीट एंड नॉट टर्मीनेट। ठीक है, नॉट रिपीट एंड नॉट टर्मीनेट ते नॉट परफेक्ट क्यूब, नॉट परफेक्ट स्केयर। ठीक है,
ਤਾਂ ਇਹ ਆਪਣੇ ਕੋਲ ਇਰੈਸ਼ਨਲ ਨੰਬਰ ਦੀ ਡੈਫੀਨੇਸ਼ਨ ਆ ਗਈ। ਉਸ ਤੋਂ ਬਾਅਦ ਹੈ ਪਾਈ ਹੈ। ਇੱਕ ਜਿਹੜਾ ਪਾਈ ਹੈ, ਪਾਈ ਤੁਸੀਂ ਸਾਰਿਆਂ ਨੇ ਐਵੇਂ ਦਾ ਇੱਕ ਨਿਸ਼ਾਨ ਲੱਗਾ ਦੇਖਿਆ ਹੋਣਾ ਹੈ, ਠੀਕ ਹੈ। ਤਾਂ ਇਹ ਵੀ ਕੀ ਹੈ, ਇਹ ਵੀ ਇਰੈਸ਼ਨਲ ਨੰਬਰ ਹੈ, ਠੀਕ ਹੈ। ਪਾਈ ਵੀ ਕਿਹੜਾ ਨੰਬਰ ਹੈ, ਇਰੈਸ਼ਨਲ ਨੰਬਰ, ਠੀਕ ਹੈ। ਉਸ ਤੋਂ ਬਾਅਦ ਆਪਾਂ ਪੜ੍ਹਦੇ ਹਾਂ ਵਾਸਤਵਿਕ ਸੰਖਿਆਵਾਂ, ਠੀਕ ਹੈ। ਵਾਸਤਵਿਕ ਸੰਖਿਆਵਾਂ, ਵਾਸਤਵਿਕ ਸੰਖਿਆਵਾਂ यानी रियल नंबर, ठीक है। NUMBR नंबर, ठीक है। ਇਹਨੂੰ ਡਿਨੋਟ ਕਾਹਦੇ ਨਾਲ ਕਰਦੇ ਹੈ, ਆਰ ਨਾਲ, ਠੀਕ ਹੈ। ਤਾਂ ਉਸ ਤੋਂ ਬਾਅਦ ਵਾਸਤਵਿਕ ਸੰਖਿਆਵਾਂ ਕਿਹੜੀਆਂ ਹੁੰਦੀਆਂ ਨੇ, ਜਿਹਦੇ ਵਿੱਚ ਪਰਮੇਯ ਅਤੇ ਅਪਰਮੇਯ ਦੋਨੇ ਸੰਖਿਆਵਾਂ ਇਨਕਲੂਡ ਹੋਣ, ਠੀਕ ਹੈ। ਉਹ ਸੰਖਿਆਵਾਂ ਜਿਨ੍ਹਾਂ ਵਿੱਚ ਪਰਮੇਯ ਅਤੇ ਅਪਰਮੇਯ ਦੋਵੇਂ ਸੰਖਿਆਵਾਂ ਮੌਜੂਦ ਹੋਣ, ਉਹਨਾਂ ਨੂੰ ਕਿਹੜੀਆਂ ਸੰਖਿਆਵਾਂ ਕਹਿੰਦੇ ਨੇ, ਰੀਅਲ ਨੰਬਰ ਯਾਨੀ ਵਾਸਤਵਿਕ ਸੰਖਿਆਵਾਂ, ਠੀਕ ਹੈ। ਤਾਂ ਉਸ ਤੋਂ ਬਾਅਦ ਆਪਾਂ ਆਪਣੀ ਐਕਸਰਸਾਈਜ਼ 'ਤੇ ਆਉਂਦੇ ਹਾਂ। 1.2 ਫਸਟ ਹੈਗਾ ਹੈ, ਫਸਟ ਕੁਐਸਚਨ ਸਹੀ ਗਲਤ ਕਾਰਨ ਸਹਿਤ ਉੱਤਰ ਦੇਣਾ ਹੈਗਾ, ਠੀਕ ਹੈ। ਤਾਂ ਫਸਟ ਪੁਆਇੰਟ ਹੈ, ਹਰੇਕ ਅਪਰਮੇਯ ਸੰਖਿਆ ਇੱਕ ਵਾਸਤਵਿਕ ਸੰਖਿਆ ਹੁੰਦੀ ਹੈ। ਤਾਂ ਆਪਾਂ ਪੜ੍ਹੇ ਸੀ ਰੀਅਲ ਨੰਬਰ, ਠੀਕ ਹੈ। ਰੀਅਲ ਨੰਬਰ ਦੇ ਵਿੱਚ ਕੀ ਸੀ, ਪਰਮੇਯ ਅਤੇ ਅਪਰਮੇਯ ਦੋਵੇਂ ਸੰਖਿਆਵਾਂ ਆ ਜਾਂਦੀਆਂ ਸੀ, ਠੀਕ ਹੈ। ਯਾਨੀ ਰੈਸ਼ਨਲ ਅਤੇ ਇਰਰੈਸ਼ਨਲ, ਠੀਕ ਹੈ। ਤਾਂ ਹਰੇਕ ਅਪਰਮੇਯ ਸੰਖਿਆ ਇੱਕ ਵਾਸਤਵਿਕ ਸੰਖਿਆ ਹੁੰਦੀ ਹੈ, ਠੀਕ ਹੈ। ਤਾਂ ਰੀਅਲ ਨੰਬਰ ਦੇ ਵਿੱਚ ਪਰਮੇਯ ਵੀ ਹੁੰਦੇ ਅਤੇ ਅਪਰਮੇਯ ਵੀ ਹੁੰਦੇ ਹੈ। ਯਾਨੀ ਇਹਨਾਂ ਨੇ ਪੁੱਛਿਆ ਕੀ ਹੈ ਵੀ ਹਰੇਕ ਪਰਮੇਯ ਸੰਖਿਆ, ਜਿੰਨੀਆਂ ਵੀ ਪਰਮੇਯ ਸੰਖਿਆ ਨੇ ਹਰ ਇੱਕ ਉਹ ਕੀ ਹੁੰਦੀ ਹੈ, ਇੱਕ ਵਾਸਤਵਿਕ ਇੱਕ ਰੀਅਲ ਸੰਖਿਆ ਹੁੰਦੀ ਹੈ। ਤਾਂ ਆਪਣਾ ਉੱਤਰ ਆ ਜਾਏਗਾ ਹਾਂ, ਠੀਕ ਹੈ। ਹਾਂ ਹਾਂ ਹਰੇਕ ਅਪਰਮੇਯ ਸੰਖਿਆ ਇੱਕ ਵਾਸਤਵਿਕ ਸੰਖਿਆ ਹੁੰਦੀ ਹੈ, ਠੀਕ ਹੈ। ਤਾਂ ਉਸ ਤੋਂ ਬਾਅਦ ਆਪਾਂ ਕੀ ਕਰਦੇ ਹਾਂ, ਜਿਵੇਂ ਸੈਕਿੰਡ ਪੁਆਇੰਟ ਦੇਖਦੇ ਹਾਂ, ਸੰਖਿਆ ਰੇਖਾ ਦਾ ਹਰੇਕ ਬਿੰਦੂ ਰੂਟ m ਦੇ ਰੂਪ ਦਾ ਹੁੰਦਾ ਹੈ, ਜਿੱਥੇ m ਕੀ ਹੈ, ਇੱਕ ਪ੍ਰਕਿਰਤਿਕ ਸੰਖਿਆ ਹੈ, ਠੀਕ ਹੈ। ਤਾਂ ਆਪਾਂ ਪਿਛਲੇ ਲੈਕਚਰ ਦੇ ਵਿੱਚ ਸੰਖਿਆ ਰੇਖਾ ਬਾਰੇ ਪੜ੍ਹਿਆ ਸੀ। ਤਾਂ ਸਭ ਤੋਂ ਪਹਿਲਾਂ ਆਪਾਂ ਸੰਖਿਆ ਰੇਖਾ ਬਣਾ ਲੈਂਦੇ ਹਾਂ, ਠੀਕ ਹੈ। ਤਾਂ ਇਹਦੇ ਇੱਕ ਪਾਸੇ ਕੀ ਹੁੰਦੇ ਨੇ, ਵਿਚਾਲੇ ਜ਼ੀਰੋ ਹੁੰਦੀ ਹੈ, ਇੱਕ ਪਾਸੇ ਪੋਜ਼ੀਟਿਵ ਨੰਬਰ, ਇੱਕ ਪਾਸੇ ਨੈਗੇਟਿਵ ਨੰਬਰ, ਠੀਕ ਹੈ। ਤਾਂ ਉਸ ਤੋਂ ਬਾਅਦ ਇੱਧਰਲੀ ਸਾਈਡ ਜਿਵੇਂ -1 ਆ ਗਿਆ, -2 -3, ਠੀਕ ਹੈ। ਤਾਂ ਜੇ ਹੁਣ ਮੈਂ 0 ਦੇ ਉੱਤੇ ਰੂਟ ਲਗਾਵਾਂ, 1 ਦੇ ਉੱਤੇ ਰੂਟ ਲਗਾਵਾਂ, 2 'ਤੇ ਲਗਾਵਾਂ, 3 'ਤੇ ਲਗਾਵਾਂ, 4 'ਤੇ ਲਗਾਵਾਂ, ਤਾਂ 0 ਦਾ ਰੂਟ ਕੀ ਹੋ ਜਾਏਗਾ, 0 ਹੋ ਜਾਏਗਾ। 1 ਦਾ ਰੂਟ 1 ਹੀ ਰਹਿੰਦਾ ਹੈ, ਠੀਕ ਆ। ਤਾਂ 4 ਦਾ ਰੂਟ ਆਪਾਂ ਪੜ੍ਹਿਆ ਸੀ 2, ਠੀਕ ਹੈ। ਤਾਂ ਕੀ ਆਪਾਂ ਕਦੇ ਜਾਂ ਤੁਸੀਂ 8th ਕਲਾਸ ਦੇ ਵਿੱਚ ਮਾਈਨਸ ਵਾਲੀਆਂ ਟਰਮਸ ਦਾ ਰੂਟ ਪੜ੍ਹਿਆ ਹੈਗਾ ਹੈ। ਤਾਂ ਜਿਵੇਂ ਹੁਣ -2 ਹੈ, ਕਿ ਆਪਾਂ ਇਹਦੇ ਉੱਤੇ ਅੰਡਰ ਰੂਟ ਕਰ ਸਕਦੇ ਹਾਂ, ਨਹੀਂ ਕਰ ਸਕਦੇ। ਤਾਂ ਕੀ ਹੁੰਦਾ ਹੈ, ਜਿਹੜੀਆਂ ਨੈਗੇਟਿਵ ਨੰਬਰ ਹੁੰਦੇ ਆ ਉਹ ਕਿਸੇ ਵੀ ਜਿਹੜੀ ਪ੍ਰਕਿਰਤਿਕ ਸੰਖਿਆ ਹੁੰਦੀ ਆ ਉਹਦਾ ਸਕੁਏਅਰ ਰੂਟ ਨਹੀਂ ਹੁੰਦੇ ਗੇ, ਠੀਕ ਹੈ। ਤਾਂ ਆਪਾਂ ਕੀ ਲਿਖਾਂਗੇ, ਤਾਂ ਆਪਾਂ ਲਿਖਾਂਗੇ ਕਿ ਇਹ ਗਲਤ ਹੈ, ਯਾਨੀ ਰੋਂਗ ਆ ਜਾਏਗਾ, ਠੀਕ ਹੈ। ਕਿਉਂਕਿ ਕੋਈ ਵੀ ऋणात्मक यानी नेगेटिव, ठीक है, ऋणात्मक संख्या किसी प्राकृतिक यानी नेचुरल नंबर प्राकृतिक संख्या दा वर्गमूल, ठीक है, वर्गमूल नहीं हो
ਸਕਦੀ। ਠੀਕ ਹੈ। ਉਸ ਤੋਂ ਬਾਅਦ ਆਪਣਾ ਥਰਡ ਪੁਆਇੰਟ ਹੈ, ਹਰੇਕ ਵਾਸਤਵਿਕ ਸੰਖਿਆ ਇੱਕ ਅਪਰਿਮੇਯ ਸੰਖਿਆ ਹੁੰਦੀ ਹੈ। ਤਾਂ ਆਪਾਂ ਪੜ੍ਹਿਆ ਸੀ ਕਿ ਜਿਹੜੇ ਰੀਅਲ ਨੰਬਰ ਹੁੰਦੇ ਨੇ, ਠੀਕ ਹੈ, ਰੀਅਲ ਨੰਬਰ ਉਹਨਾਂ ਦੇ ਵਿੱਚ ਰੈਸ਼ਨਲ ਤੇ ਇਰਰੈਸ਼ਨਲ, ਠੀਕ ਹੈ, ਦੋਨੇ ਆ ਜਾਂਦੇ ਨੇ, ਹੈ ਨਾ। ਤਾਂ ਉਹਨਾਂ ਨੇ ਕਿਹਾ ਹੈ ਹਰੇਕ ਵਾਸਤਵਿਕ ਯਾਨੀ ਜਿੰਨੀਆਂ ਵੀ ਆਪਣੇ ਕੋਲ ਸੰਖਿਆਵਾਂ ਹੈਗੀਆਂ ਨੇ ਉਹ ਸਾਰੀਆਂ ਅਪਰਿਮੇਯ ਹੁੰਦੀਆਂ ਨੇ। ਤਾਂ ਰੀਅਲ ਨੰਬਰ ਦੇ ਵਿੱਚ ਤਾਂ ਵਾਸਤਵਿਕ ਸੰਖਿਆਵਾਂ ਦੇ ਵਿੱਚ ਤਾਂ ਰੈਸ਼ਨਲ ਵੀ ਆ ਜਾਂਦੇ ਨੇ, ਅਤੇ ਉਹਨਾਂ ਨੇ ਕਿਹਾ ਹੈ ਕਿ ਹਰੇਕ ਵਾਸਤਵਿਕ ਸੰਖਿਆ ਅਪਰਿਮੇਯ ਹੁੰਦੀ ਹੈ। ਤਾਂ ਆਪਣਾ ਆਨਸਰ ਆ ਜਾਏਗਾ ਗਲਤ ਹੈ, ਕਿਉਂਕਿ ਵਾਸਤਵਿਕ ਸੰਖਿਆਵਾਂ ਦੇ ਵਿੱਚ ਪਰਿਮੇਯ ਸੰਖਿਆਵਾਂ ਵੀ ਹੁੰਦੀਆਂ ਹਨ। ਠੀਕ ਹੈ। ਤਾਂ ਉਸ ਤੋਂ ਬਾਅਦ ਆਪਣਾ ਸੈਕਿੰਡ ਕੁਐਸਚਨ ਹੈ ਕਿ ਸਾਰੀਆਂ ਧਨਾਤਮਕ ਸੰਖਿਆਵਾਂ ਦੇ ਵਰਗਮੂਲ ਅਪਰਿਮੇਯ ਹੁੰਦੇ ਹਨ। ਜੇ ਨਹੀਂ ਤਾਂ ਇੱਕ ਅਜਿਹੀ ਸੰਖਿਆ ਦੇ ਵਰਗਮੂਲ ਦੀ ਉਦਾਹਰਨ ਦਿਓ ਜੋ ਇੱਕ ਪਰਿਮੇਯ ਸੰਖਿਆ ਹੈ। ਤਾਂ ਆਪਾਂ ਪੜ੍ਹਿਆ ਸੀ ਇੰਟੀਜ਼ਰਸ ਦੇ ਵਿੱਚ ਕਿ ਆਪਣੇ ਕੋਲ ਉਹੀ ਸੰਖਿਆ ਰੇਖਾ 0 1 2 3 4, ਠੀਕ ਹੈ। ਤਾਂ ਇੱਧਰਲੇ ਪਾਸੇ ਸੀ ਆਪਣੇ ਕੋਲ -1 -2 -3 -4, ਠੀਕ ਹੈ। ਤਾਂ ਜੇ ਹੁਣ ਆਪਾਂ 0 'ਤੇ ਰੂਟ ਲਗਾਉਂਦੇ ਹਾਂ, 1 'ਤੇ ਲਗਾਉਂਦੇ ਹਾਂ, 2 'ਤੇ, 3 'ਤੇ, 4 'ਤੇ, ਠੀਕ ਹੈ। ਤਾਂ 0 ਆਪਣੇ ਕੋਲ ਕੀ ਹੈ, ਪੋਜ਼ੀਟਿਵ ਹੈ, ਯਾਨੀ ਧਨਾਤਮਕ ਸੰਖਿਆ ਹੈ, ਠੀਕ ਹੈ। ਤਾਂ ਇਹਦਾ ਰੂਟ ਤਾਂ 0 ਹੋ ਜਾਏਗਾ, 1 ਦਾ 1 ਹੋ ਜਾਏਗਾ, ਠੀਕ ਹੈ। 4 ਦਾ ਆਪਣੇ ਕੋਲ 2 ਹੋ ਜਾਏਗਾ, ਠੀਕ ਹੈ। ਤਾਂ ਜਿਹੜਾ 2 ਹੈ ਇਹ ਹੈ ਤਾਂ ਪੋਜ਼ੀਟਿਵ, ਠੀਕ ਹੈ, ਪੋਜ਼ੀਟਿਵ ਇੰਟੀਜ਼ਰ, ਬਟ ਇਹ ਕੀ ਹੈ, ਅਪਰਿਮੇਯ ਸੰਖਿਆ ਹੈ। ਇਹ ਜਿਹੜਾ 3 ਹੈਗਾ ਹੈ, ਰੂਟ 3, ਇਹ ਵੀ ਹੈਗਾ ਤਾਂ ਪੋਜ਼ੀਟਿਵ ਹੈ, ਠੀਕ ਹੈ, ਪੋਜ਼ੀਟਿਵ ਇੰਟੀਜ਼ਰ, ਬਟ ਇਹ ਵੀ ਕਿਹੜਾ ਹੈ, ਅਪਰਿਮੇਯ ਹੈ, ਠੀਕ ਹੈ। ਤਾਂ ਹੁਣ ਉਹਨਾਂ ਨੇ ਕੀ ਪੁੱਛਿਆ ਸੀ ਕਿ ਸਾਰੀਆਂ ਧਨਾਤਮਕ ਸੰਖਿਆਵਾਂ ਦੇ ਵਰਗਮੂਲ ਅਪਰਿਮੇਯ ਹੁੰਦੇ ਹਨ। ਤਾਂ ਆਪਾਂ ਲਿਖਾਂਗੇ ਨਹੀਂ, ਠੀਕ ਹੈ, ਨਹੀਂ ਹੁੰਦੇ, ਕਿਉਂਕਿ ਇਹਦੇ 'ਚ ਜਿਵੇਂ ਹੁਣ ਇਹ ਆਪਾਂ ਕਰ ਹੀ ਲਿਆ ਹੈ ਵੀ ਜਿਵੇਂ 2 ਦਾ 4 ਵਰਗਮੂਲ ਹੈ ਨਾ, ਤਾਂ ਆਪਣੇ ਕੋਲ ਆ ਜਾਏਗਾ ਨਹੀਂ ਆਨਸਰ ਦੇ ਵਿੱਚ। ਤਾਂ ਉਦਾਹਰਨ ਦੇ ਵਾਸਤੇ ਆਪਣੇ ਕੋਲ ਜਿਵੇਂ ਰੂਟ 4 ਹੈ, ਉਹਨਾਂ ਨੇ ਪੁੱਛਿਆ ਸੀ ਕਿ ਇੱਕ ਉਦਾਹਰਨ ਦਿਓ, ਕੋਈ ਵੀ ਆਹ ਪਰਿਮੇਯ ਸੰਖਿਆ ਹੈ, ਠੀਕ ਆ। ਤਾਂ ਵਰਗਮੂਲ ਦੀ ਉਦਾਹਰਨ ਦਿਓ ਜੋ ਇੱਕ ਪਰਿਮੇਯ ਸੰਖਿਆ ਹੈ, 4 ਇੱਕ ਪਰਿਮੇਯ ਸੰਖਿਆ ਹੈ, ਅਤੇ ਇਹਦਾ ਰੂਟ ਹੋ ਜਾਏਗਾ 2, ਠੀਕ ਹੈ। ਤਾਂ ਆਨਸਰ ਆਪਣਾ ਆ ਜਾਏਗਾ ਨਹੀਂ, ਸਾਰੀਆਂ ਧਨਾਤਮਕ ਸੰਖਿਆਵਾਂ ਦੇ ਵਰਗਮੂਲ ਅਪਰਿਮੇਯ ਨਹੀਂ ਹੁੰਦੇ ਗੇ, ਠੀਕ ਹੈ। ਉਸ ਤੋਂ ਬਾਅਦ ਆਪਣਾ ਥਰਡ ਸਮ ਹੈਗਾ ਹੈ ਵੀ 5 ਨੂੰ ਆਪਾਂ ਸੰਖਿਆ ਰੇਖਾ 'ਤੇ ਨਿਰਧਾਰਿਤ ਕਰਨਾ ਹੈ, ਠੀਕ ਆ। ਤਾਂ ਉਸ ਤੋਂ ਬਾਅਦ ਆਪਾਂ ਨੂੰ ਇਹਨੂੰ ਸਮਝਣ ਤੋਂ ਪਹਿਲਾਂ ਆਪਾਂ ਨੂੰ ਰੂਟ 2 ਦਾ ਕਰਨਾ ਪਏਗਾ, ਠੀਕ ਹੈ। ਇਹਨੂੰ ਸਮਝਣਾ ਪਏਗਾ, ਰੂਟ 2 ਦਾ ਸਥਾਨ ਸੰਖਿਆ ਰੇਖਾ 'ਤੇ ਨਿਰਧਾਰਿਤ ਕਰਨਾ, ਠੀਕ ਹੈ। ਤਾਂ ਆਪਾਂ ਕੀ ਕਰਦੇ ਹਾਂ, ਆਪਾਂ ਇੱਕ ਪੁਆਇੰਟ ਲੈਂਦੇ ਹਾਂ O, ਠੀਕ ਹੈ। O ਤੋਂ ਆਪਾਂ 1 ਸੈਂਟੀਮੀਟਰ ਦੀ ਦੂਰੀ 'ਤੇ A ਪੁਆਇੰਟ ਲੈਣਾ ਹੈ, ਠੀਕ ਹੈ। ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ, ਫਿਰ ਤੁਸੀਂ ਰਾਈਟ ਐਂਗਲ, ਟ੍ਰਾਇੰਗਲ, ਸਮਕੋਣ, ਠੀਕ ਹੈ, ਪੜ੍ਹਿਆ ਹੋਣਾ ਹੈ, ਨਿਊਨ ਕੋਣ, ਸਮਕੋਣ, ਠੀਕ ਹੈ। ਤਾਂ ਇੱਥੇ ਫਿਰ ਆਪਾਂ ਇੱਕ 1 ਸੈਂਟੀਮੀਟਰ ਲੈਣਾ ਹੈਗਾ ਹੈ, ਠੀਕ ਆ। ਮਤਲਬ ਇਹ ਆਧਾਰ ਹੋ ਗਿਆ 1 ਸੈਂਟੀਮੀਟਰ, ਅਤੇ ਇੱਧਰ ਕੀ ਹੈ, ਆਪਣਾ ਲੰਬ ਹੈ 1 ਸੈਂਟੀਮੀਟਰ, ਠੀਕ ਹੈ। ਤਾਂ ਆਪਾਂ ਕੀ ਕਰਦੇ ਹਾਂ, ਉਸ ਤੋਂ ਬਾਅਦ ਜਿਵੇਂ ਇਹਨੂੰ ਇਹਦੇ ਨਾਲ ਮਿਲਾ ਦੇਣਾ ਹੈ, ਠੀਕ ਹੈ।
ਜਿਵੇਂ ਪ੍ਰਕਾਰ ਵਗੈਰਾ ਦੀ ਸਹਾਇਤਾ ਨਾਲ ਆਪਾਂ ਚਾਪ ਵਗੈਰਾ ਲਗਾਉਂਦੇ ਸੀਗੇ, ਤਾਂ ਉਸ ਤੋਂ ਬਾਅਦ 90 ਡਿਗਰੀ ਦਾ ਐਂਗਲ ਬਣਾ ਕੇ ਤਾਂ ਆਪਾਂ ਆਪਣਾ ਕਰਦੇ ਹੁੰਦੇ ਸੀ। ਠੀਕ ਹੈ, ਤਾਂ ਆਪਾਂ ਕੀ ਕਰਨਾ ਹੈ, ਇੱਥੇ ਤੁਸੀਂ ਪਾਈਥਾਗੋਰਸ ਥਿਊਰਮ ਜਿਵੇਂ ਪੜ੍ਹੀ ਹੋਣੀ ਹੈ ਵੀ ਕਰਨ ਸਕੇਅਰ ਹੁੰਦਾ ਹੈ ਆਧਾਰ ਸਕੇਅਰ ਪਲੱਸ ਲੰਬ ਸਕੇਅਰ। ਠੀਕ ਹੈ, ਤਾਂ ਆਪਣੇ ਕੋਲ ਇੱਥੇ ਕਰਨ ਕਿਹੜਾ ਹੈਗਾ ਹੈ, O ਤੋਂ A ਤੱਕ, ਤਾਂ ਆਪਣੇ ਕੋਲ ਹੋ ਗਿਆ ਆਧਾਰ। ਕਰਨ ਆਧਾਰ ਦਿੱਤਾ ਹੋਇਆ ਹੈ, ਲੰਬ ਦਿੱਤਾ ਹੋਇਆ ਹੈ, ਕਰਨ ਆਪਾਂ ਫਾਈਂਡ ਆਊਟ ਕਰਨਾ ਹੈ। ਠੀਕ ਆ, ਕਰਨ ਆਪਣੇ ਕੋਲ ਹੈਗਾ ਹੈ OA, ਤਾਂ ਸੌਰੀ ਆਧਾਰ ਹੋ ਗਿਆ OB, ਆਪਣੇ ਕੋਲ ਹੈਗਾ ਹੈ ਕਰਨ, OA ਹੈਗਾ ਹੈ ਆਧਾਰ ਦਾ ਸਕੇਅਰ, ਅਤੇ ਇੱਧਰ ਆ ਗਿਆ ਲੰਬ AB। ਠੀਕ ਹੈ, ਤਾਂ ਆਪਾਂ ਕੀ ਕਰਾਂਗੇ OB ਇਜ਼ ਇਕੁਅਲ ਟੂ OA ਕਿੰਨਾ ਹੈ ਆਪਣੇ ਕੋਲ 1 ਦਾ ਸਕੇਅਰ ਪਲੱਸ AB ਕਿੰਨਾ ਹੈ 1 ਦਾ ਸਕੇਅਰ। ਤਾਂ 1 ਕਰਾਂਗੇ ਤਾਂ ਆਪਣੇ ਕੋਲ 1 ਨਹੀਂ ਆਉਂਦਾ ਹੈ, ਫਿਰ ਵੀ 1 ਨੂੰ 1 ਨਾ ਕਰਾਂਗੇ ਤਾਂ 1 ਨਹੀਂ ਆਉਂਦਾ ਹੈ। ਠੀਕ ਆ, ਇੱਧਰ ਕੀ ਆਪਣੇ ਕੋਲ OB ਹੈ, ਤਾਂ ਤੁਸੀਂ ਸਾਹਮਣੇ ਪੜ੍ਹਿਆ ਹੋਣਾ ਕਿ ਜਦੋਂ ਆਪਣੇ ਕੋਲ ਇੱਧਰੋਂ ਸਕੇਅਰ ਹਟ ਕੇ ਉੱਧਰ ਜਾਂਦਾ ਹੈ ਤਾਂ ਇਹਦੇ ਉੱਪਰ ਆਪਾਂ ਇਹ ਲਗਾ ਦਿੰਦੇ ਹਾਂ। ਠੀਕ ਆ, ਤਾਂ 1 + 1 ਆਪਣੇ ਕੋਲ ਕਿੰਨਾ ਆ ਗਿਆ √2। OB ਕੀ ਸੀ ਆਪਣੇ ਕੋਲ ਕਰਨ ਸੀਗਾ, ਕਰਨ ਬਰਾਬਰ √2 ਆ ਗਿਆ। ਤਾਂ ਇਹ ਜਿਹੜੀ ਆਪਣੀ ਸੰਖਿਆ ਰੇਖਾ ਹੈ ਇੱਧਰ ਨੂੰ, ਜਿਵੇਂ ਹੁਣ ਜੇ ਆਪਾਂ ਇਹਨੂੰ ਅੱਗੇ ਤੱਕ ਵਧਾਈਏ ਤਾਂ ਇੱਧਰ ਆਪਣੇ ਕੋਲ ਨੈਗੇਟਿਵ ਨੰਬਰ ਆ ਜਾਣਗੇ, ਤਾਂ ਇੱਧਰ ਆਪਣੇ ਕੋਲ ਜਿਵੇਂ ਪੋਜ਼ੀਟਿਵ, ਜਿਵੇਂ ਇੱਥੇ ਜੇ 0 ਮੰਨ ਲਓ, ਇੱਥੇ 1 ਮੰਨ ਲਓ, ਇੱਥੇ 2 ਮੰਨ ਲਓ। ਠੀਕ ਹੈ, ਤਾਂ ਇਹ ਆਪਣੇ ਕੋਲ √2 ਆਪਣੇ ਕੋਲ ਆ ਗਿਆ ਕਰਨ। ਠੀਕ ਹੈ, ਉਸ ਤੋਂ ਬਾਅਦ ਆਪਾਂ ਇੱਥੋਂ ਇੱਧਰ ਨੂੰ ਅਗਰ ਐਵੇਂ ਚਾਪ ਲਗਾਉਂਦੇ ਆਵਾਂਗੇ ਤਾਂ ਆਪਣੇ ਕੋਲ ਪ੍ਰਕਾਰ ਦੀ ਸਹਾਇਤਾ ਨਾਲ ਆਪਾਂ ਇੱਥੋਂ ਐਵੇਂ ਇੱਕ ਚਾਪ ਲਗਾ ਕੇ ਇੱਥੋਂ ਤੱਕ ਕੋਣ ਡਰੋ ਕਰ ਦੇਣਾ ਹੈ। ਤਾਂ ਆਪਣੇ ਕੋਲ √2 ਇੱਥੇ ਜੇ ਕਿਤੇ ਆ ਜਾਂਦਾ ਹੈ ਜਿਵੇਂ, ਤਾਂ ਆਪਣੇ ਕੋਲ ਇਹ ਕੋਈ MN ਪੁਆਇੰਟ ਕੁਛ ਵੀ ਇਹਨੂੰ ਮੰਨ ਸਕਦੇ ਹਾਂ। ਠੀਕ ਹੈ, ਤਾਂ ਇਹ ਆਪਣੇ ਕੋਲ ਉਹਨਾਂ ਨੇ √2 ਦਾ ਸਥਾਨ ਸੰਖਿਆ ਰੇਖਾ 'ਤੇ ਨਿਰਧਾਰਿਤ ਕਰਨ ਨੂੰ ਕਿਹਾ ਸੀ, ਤਾਂ ਆਪਣੇ ਕੋਲ √2 ਦਾ ਹੋ ਗਿਆ। ਐਵੇਂ ਹੀ ਅਗਰ ਜੇ ਤੁਸੀਂ √3 ਦਾ √4 ਦਾ ਕਰਨਾ ਹੋਵੇ ਤਾਂ ਤੁਸੀਂ ਕਰ ਸਕਦੇ ਹੋ। ਠੀਕ ਹੈ, ਤਾਂ ਹੁਣ ਸਟੂਡੈਂਟ ਆਪਾਂ ਐਗਜ਼ਾਮਪਲ ਕੀਤੇ ਹੈ ਕਿ ਆਪਾਂ ਜਿਵੇਂ √2 ਦਾ ਕੀਤਾ ਸੀ, ਆਪਾਂ 3, 4 ਕਿਸੇ ਦਾ ਵੀ ਕਰ ਸਕਦੇ ਹਾਂ। ਠੀਕ ਹੈ, ਤਾਂ ਉਸ ਤੋਂ ਬਾਅਦ ਜੇ ਹੁਣ ਆਪਾਂ √5 ਦਾ ਕਰਨਾ ਹੈ, ਠੀਕ ਹੈ, ਤਾਂ ਆਪਾਂ ਇਹਦਾ ਸਿੱਧਾ ਸ਼ਾਰਟ ਮੈਥਡ ਨਾਲ ਕਰ ਸਕਦੇ ਹਾਂ, ਬਸ ਆਪਾਂ ਨੂੰ ਪਾਈਥਾਗੋਰਸ ਥਿਊਰਮ ਆਉਣੀ ਚਾਹੀਦੀ ਆ। ਠੀਕ ਆ, ਉਹ ਵੀ ਬਹੁਤ ਸੌਖੀ ਹੀ ਆ, ਕਰਨ ਦਾ ਸਕੇਅਰ ਬਰਾਬਰ ਆਧਾਰ ਦਾ ਸਕੇਅਰ ਪਲੱਸ ਲੰਬ ਦਾ ਸਕੇਅਰ। ਠੀਕ ਆ, ਤਾਂ ਹੁਣ ਕੀ ਹੈ, ਉਹਨਾਂ ਨੇ ਆਪਣਾ 3rd ਕੁਐਸਚਨ ਹੈਗਾ ਇਹ ਦਿਖਾਓ ਕਿ ਸੰਖਿਆ ਰੇਖਾ 'ਤੇ √5 ਨੂੰ ਕਿਸ ਤਰ੍ਹਾਂ ਨਿਰੂਪਿਤ ਕੀਤਾ ਜਾ ਸਕਦਾ ਹੈ। ਤਾਂ ਆਪਣੇ ਕੋਲ √5 ਹੈ, ਤਾਂ ਇਹਦਾ ਸ਼ਾਰਟ ਜਿਵੇਂ ਆਪਾਂ ਮੈਥਡ ਕਰਦੇ ਹਾਂ, ਜਿਵੇਂ ਹੁਣ ਆਪਾਂ ਇੱਕ ਸੰਖਿਆ ਰੇਖਾ ਹੀ ਮੰਨ ਲਓ। ਠੀਕ ਹੈ, ਜਿਵੇਂ ਹੁਣ ਆਪਾਂ O ਮੰਨਦੇ ਹਾਂ। ਠੀਕ ਹੈ, O ਤੋਂ A ਤੱਕ ਆਪਣੇ ਕੋਲ 1 ਸੈਂਟੀਮੀਟਰ ਲੈ ਲਈ, ਉਸ ਤੋਂ ਬਾਅਦ ਆਪਣੇ ਕੋਲ 2 ਸੈਂਟੀਮੀਟਰ ਇੱਕ ਲਾਈਨ ਲਗਾ ਲਈ, ਤਾਂ ਇੱਥੇ ਫਿਰ ਆਪਾਂ ਉਹੀ ਰਾਈਟ ਐਂਗਲ ਟ੍ਰਾਇੰਗਲ ਸਮਕੋਣ ਬਣਾ ਲਵਾਂਗੇ। ਠੀਕ ਆ, OAB ਲੈ ਲੈਂਦੇ ਹਾਂ, ਤਾਂ ਆਪਣੇ ਕੋਲ ਜਿਹੜਾ ਕਰਨ ਹੈ ਉਹ ਕਿੰਨਾ ਹੈ OB ਹੈ। ਠੀਕ ਹੈ, OB ਦਾ ਸਕੇਅਰ ਆਪਾਂ ਕੀਤਾ ਸੀ OA ਦਾ ਸਕੇਅਰ ਪਲੱਸ AB ਦਾ ਸਕੇਅਰ। ਠੀਕ ਹੈ, ਤਾਂ ਹੁਣ ਆਪਾਂ ਕੀ ਕਰਦੇ ਹਾਂ, OA ਆਪਣੇ ਕੋਲ ਕਿੰਨਾ ਹੈ 1 ਹੈ। ਠੀਕ ਹੈ, ਉਸ ਤੋਂ ਬਾਅਦ AB ਕਿੰਨਾ ਹੈ ਆਪਣੇ ਕੋਲ 2 ਹੈ। ਠੀਕ ਆ, ਤਾਂ ਜੇ ਹੁਣ ਆਪਾਂ 1 ਦਾ ਕਰੀਏ ਤਾਂ 1 ਆਏਗਾ, 2 ਦਾ ਕਰਾਂਗੇ ਤਾਂ 4 ਆਏਗਾ। ਠੀਕ ਹੈ, OB ਦਾ ਸਕੇਅਰ ਇਜ਼ ਇਕੁਅਲ ਟੂ 1 + 4 ਕਿੰਨਾ ਹੋ ਜਾਏਗਾ 5। ਠੀਕ ਹੈ, OB ਦੇ ਉੱਤੋਂ ਰੂਟ ਹਟਾ ਕੇ ਆਪਾਂ 5 'ਤੇ ਲਗਾ ਦਾਂਗੇ, ਤਾਂ ਆਪਣੇ ਕੋਲ ਕਰਨ ਆ ਜਾਏਗਾ √5। ਤਾਂ ਆਪਾਂ ਇੱਥੇ ਆਪਣੀ ਪ੍ਰਕਾਰ ਰੱਖ ਕੇ ਅਗਰ
ਇੱਧਰ ਨੂੰ ਚਾਪ ਲਗਾਉਂਦੇ ਆਉਂਦੇ ਹਾਂ ਤਾਂ ਆਪਣੇ ਕੋਲ ਜਿਵੇਂ 1 2 3 4 5 ਠੀਕ ਆ। ਤਾਂ ਇੱਧਰ ਇੱਥੇ ਜੇ ਜਿਵੇਂ ਆਪਣੇ ਕੋਲ 2 ਆਇਆ ਸੀ, ਫਿਰ ਜਿਵੇਂ 3 4 ਜੇ ਸਾਰਾ ਕਰਨਾ ਹੋਵੇ ਤਾਂ ਬਟ ਉਹਦੇ ਲਈ ਆਪਾਂ ਨੂੰ ਬਹੁਤ ਜ਼ਿਆਦਾ ਟਾਈਮ ਲੱਗ ਜਾਏਗਾ। ਅਤੇ ਇੱਥੇ ਜੇ ਕੋਈ ਪੀ ਪੁਆਇੰਟ ਜਾਂ ਕੁਛ ਵੀ ਨਾਮ ਦੇ ਦਿਓ ਤਾਂ ਆਪਣੇ ਕੋਲ ਰੂਟ 5 ਆ ਜਾਏਗਾ ਠੀਕ ਹੈ। ਜਿਵੇਂ ਸਭ ਤੋਂ ਪਹਿਲਾਂ ਆਪਣੇ ਕੋਲ 2 ਦਾ ਆਇਆ ਠੀਕ ਹੈ, ਫਿਰ 3 ਦਾ, ਫਿਰ 4 ਦਾ, ਫਿਰ 5 ਦਾ ਠੀਕ ਹੈ।